ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਜਿਹੜੀਆਂ ਕੁਝ ਖਬਰਾਂ ਮੈਂ ਤੁਹਾਡੇ ਨਾਲ ਵਿਚਾਰਨੀਆਂ ਚਾਹੁੰਦਾ, ਉਹਦੇ ਵਿੱਚੋਂ ਸਭ ਤੋਂ ਪਹਿਲੀ ਖਬਰ ਤੁਹਾਨੂੰ ਯਾਦ ਹੋਣਾ ਕਿ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਨਸਲਵਾਦ ਦੇ ਖਿਲਾਫ ਲੋਕ ਉੱਠ ਖੜੇ ਹੋਏ ਸਨ। ਬੀਤੇ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਫਿਰ ਇੱਕ ਸਿਆਹ ਮੂਲ ਦੇ ਵਿਅਕਤੀ ਤੇ 7 ਗੋਲੀਆਂ ਵਰਾ ਦਿੱਤੀਆਂ ਗਈਆਂ ਸੀ। ਉਹਦੇ ਤੋਂ ਬਾਅਦ ਮਸਲਾ ਉਸੇ ਤਰ੍ਹਾਂ ਦਾ, ਲੋਕ ਫੇਰ ਸੜਕਾਂ 'ਤੇ ਨੇ ਅਤੇ ਇਹਦਾ ਸੇਕ ਕੈਨੇਡਾ ਵਿੱਚ ਵੀ ਪਹੁੰਚ ਗਿਆ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਪਾਸੇ ਰਾਸ਼ਟਰਪਤੀ ਟਰੰਪ ਸਵਾ ਟਵੀਟ ਕਰੀ ਜਾਂਦੇ ਨੇ ਅਤੇ ਦੂਸਰੇ ਪਾਸੇ ਪੋਰਟਲੈਂਡ ਦਾ ਮੇਅਰ ਹੈ। ਹੁਣ ਇੱਕ ਸ਼ਹਿਰ ਦਾ ਮੇਅਰ ਅਤੇ ਇੱਕ ਮੁਲਕ ਦਾ ਰਾਸ਼ਟਰਪਤੀ, ਤੁਸੀਂ ਦੇਖੋ ਕਿ ਗੱਲਾਂ ਕਿਹੋ ਜਿਹੀਆਂ ਹੋ ਰਹੀਆਂ ਨੇ। ਅਤੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਦੇ ਉੱਤੇ ਮਾਣਹਾਨੀ ਦਾ ਮੁਕੱਦਮਾ ਚੱਲ ਰਿਹਾ ਸੀ ਔਰ ਚਰਚਾ ਵਿੱਚ ਬਹੁਤ ਸੀ, ਉਹ ਕਹਿੰਦੇ ਸੀ ਝੁਕਣਾ ਨਹੀਂ, ਮੈਂ ਆਜ਼ਾਦੀ ਦਾ ਪ੍ਰਗਟਾਵਾ ਹੈ, ਮੈਨੂੰ ਬੋਲਣ ਦੀ ਆਜ਼ਾਦੀ ਹੈ। ਪਰ ਉਹਦੇ ਉੱਤੇ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਫੈਸਲਾ ਵੀ ਸੁਣਾ ਦਿੱਤਾ ਹੈ, ਜੁਰਮਾਨਾ ਵੀ ਲਾ ਦਿੱਤਾ ਹੈ। ਜੇ ਜੁਰਮਾਨਾ ਨਿਰਧਾਰਤ ਸਮੇਂ ਵਿੱਚ ਨਹੀਂ ਭਰਨਗੇ ਤਾਂ ਕੀ ਹੋਣਾ? ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਫਿਰ ਟਵੀਟ ਉਹਨਾਂ ਨੇ ਇੱਕ ਵਾਰੀ ਫੇਰ ਕਰ ਦਿੱਤੇ ਹੈ। ਹੁਣ ਮਾਮਲਾ ਦੇਖਾਂਗੇ ਕਿੱਧਰ ਨੂੰ ਜਾਂਦਾ। ਤੁਹਾਨੂੰ ਯਾਦ ਹੋਣਾ ਕਿ ਕੁਝ ਮਹੀਨੇ ਪਹਿਲਾਂ ਭਾਰਤੀ ਫੌਜ ਅਤੇ ਚੀਨ ਦੀ ਫੌਜ ਦੇ ਵਿਚਕਾਰ ਝੜਪ ਹੋਈ ਸੀ, ਜਿਸ ਦੇ ਵਿੱਚ ਭਾਰਤੀ ਜਵਾਨ ਵੀ ਸ਼ਹੀਦ ਹੋਏ ਸੀ ਅਤੇ ਦੂਸਰੇ ਪਾਸੇ ਚੀਨ ਵਾਲੇ ਮੰਨਦੇ ਹੀ ਨਹੀਂ ਸੀ ਕਿ ਸਾਡਾ ਕੋਈ ਜਵਾਨ ਫੌਜ ਦਾ ਸ਼ਹੀਦ ਹੋਇਆ। ਪਰ ਜਿੱਥੇ ਉਹ ਫੋਟੋਆਂ ਨਸ਼ਰ ਹੋਈਆਂ ਨੇ ਕਿ ਉਧਰ ਕਿੰਨੇ ਜਵਾਨ ਸ਼ਹੀਦ ਹੋਏ ਸੀ, ਇੱਕ ਵਾਰੀ ਫਿਰ ਲੱਦਾਖ ਖੇਤਰ ਦੇ ਵਿੱਚ ਖਬਰ ਮਿਲ ਰਹੀ ਹੈ ਕਿ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਫਿਰ ਝੜਪ ਹੋ ਗਈ, ਫਿਰ ਘੁਸਪੈਠ ਕਰਨ ਲੱਗੇ ਸੀ। ਉਹਦਾ ਜਵਾਬ ਕਿਵੇਂ ਦਿੱਤਾ ਭਾਰਤੀ ਫੌਜ ਨੇ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਇੱਕ ਲਖਨਊ ਦੇ ਵਿੱਚੋਂ ਬੀਤੇ ਦਿਨੀ ਖਬਰ ਮਿਲੀ ਸੀ ਕਿ ਇੱਕੋ ਹੀ ਘਰ ਦੇ ਵਿੱਚ ਦੂਹਰਾ ਕਤਲ ਹੋਇਆ, ਮਾਂ ਅਤੇ ਪੁੱਤ ਦਾ, ਅਤੇ ਕੁਝ ਕੁ ਘੰਟਿਆਂ ਦੇ ਅੰਦਰ ਕਾਤਲ ਜੋ ਲੱਭਿਆ ਉਹ ਬਹੁਤ ਹੈਰਾਨੀਜਨਕ ਹੈ ਅਤੇ ਉਸ ਨੂੰ ਜੁਵੇਨਾਈਲ ਅਦਾਲਤ ਦੇ ਵਿੱਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਲੈ ਲਿਆ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਗਲੀ ਅਤੇ ਆਖਰੀ ਖਬਰ ਹੈ, ਛੱਤੀਸਗੜ੍ਹ ਦੇ ਵਿੱਚੋਂ ਖਬਰ ਮਿਲ ਰਹੀ ਹੈ। ਤੁਸੀਂ ਦੇਖੋ ਕਿ ਮਾਂ ਦੀ ਮਮਤਾ ਕਿਹੋ ਜਿਹੀ ਹੈ ਅਤੇ ਬਾਪ ਉਸ ਮਮਤਾ ਦੀ ਰੱਖਿਆ ਕਿਵੇਂ ਕਰ ਰਹੇ ਨੇ। ਹੁਣ ਮਾਵਾਂ ਆਪਣੇ ਬੱਚਿਆਂ ਨੂੰ ਰਾਤ ਨੂੰ ਆਪਣੇ ਢਿੱਡ ਨਾਲ ਬੰਨ੍ਹ ਕੇ ਸੌਂਦੀਆਂ ਨੇ ਅਤੇ ਉਹਨਾਂ ਦੇ ਬਾਪ ਬਾਹਰ ਘਰਾਂ ਦੇ ਖੜ੍ਹ ਕੇ ਪਹਿਰਾ ਦਿੰਦੇ ਨੇ ਸਾਰੀ ਰਾਤ ਠੀਕਰੀ ਪਹਿਰਾ। ਕਿਉਂ ਮਾਵਾਂ ਨੂੰ ਆਪਣੇ ਬੱਚੇ ਢਿੱਡ ਨਾਲ ਬੰਨ੍ਹ ਕੇ ਸੌਣ ਵਾਸਤੇ ਮਜਬੂਰ ਹੋਣਾ ਪੈ ਰਿਹਾ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਹੁਣ ਇਹਨਾਂ ਖਬਰਾਂ ਨੂੰ ਇੱਕ ਇੱਕ ਕਰਕੇ ਮੈਂ ਵਿਸਥਾਰ ਦੇਣਾ ਚਾਹੁੰਦਾ। ਉਹਦੇ ਤੋਂ ਪਹਿਲਾਂ ਜੇਕਰ ਹਾਲੇ ਤੱਕ ਸਾਡਾ ਇਹ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲਿਓ, ਤੁਹਾਡਾ ਧੰਨਵਾਦੀ ਹੋਵਾਂਗਾ। ਅਤੇ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਸ਼ੇਅਰ ਕਰਨ ਅਤੇ ਲਾਈਕ ਕਰਨ ਤੋਂ ਗੁਰੇਜ਼ ਨਾ ਕਰਿਓ, ਤੁਹਾਨੂੰ ਅਪੀਲ ਹੈ। ਆਓ ਹੁਣ ਇੱਕ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰੀਏ। ਛੱਤੀਸਗੜ੍ਹ ਵਾਲੀ ਖਬਰ ਤੋਂ ਕਿਉਂ ਨਾ ਸ਼ੁਰੂ ਕਰ ਲਈਏ, ਕਿਉਂਕਿ ਮਾਂ ਦੀ ਮਮਤਾ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਪਿਆਰ ਮੁਹੱਬਤ ਦੀ ਉਦਾਹਰਣ ਹੈ। ਦੁਨੀਆ ਦੇ ਉੱਤੇ ਜੇਕਰ ਕਿਸੇ ਨੇ ਰੱਬ ਦੇਖਣਾ ਹੋਵੇ ਤਾਂ ਮਾਂ ਦਿਆਂ ਪੈਰਾਂ 'ਚ ਰੱਬ ਹੈ, ਜੰਨਤ ਹੈ। ਮਾਂ ਤੋਂ ਨਿੱਘਾ ਨਿਆਰਾ ਪਿਆਰਾ ਰਿਸ਼ਤਾ ਕੋਈ ਨਹੀਂ ਹੋ ਸਕਦਾ। ਹੋਰ ਬਹੁਤ ਸਾਰੇ ਰਿਸ਼ਤੇ ਨੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਲੋਭ ਹੋ ਸਕਦਾ, ਲਾਲਚ ਹੋ ਸਕਦਾ, ਪਰ ਮਾਂ ਇਸ ਤਰ੍ਹਾਂ ਦਾ ਇੱਕ ਰਿਸ਼ਤਾ ਹੈ ਜਿਹੜਾ ਆਪਣੀ ਆਂਦਰਾਂ ਦੀ ਅੱਗ ਪਹਿਲਾਂ ਤਾਂ 9 ਮਹੀਨੇ ਢਿੱਡ ਵਿੱਚ ਰੱਖਦੀ ਹੈ ਅਤੇ ਬਾਅਦ ਦੇ ਵਿੱਚ ਜਨਮ ਦੇਣ ਤੋਂ ਪਹਿਲਾਂ ਸੁੱਕੀ ਥਾਂ 'ਤੇ ਪਾਉਂਦੀ ਹੈ ਅਤੇ ਆਪਣੇ ਮੂੰਹ ਦੇ ਵਿੱਚੋਂ ਬੋਟੀਆਂ ਅਤੇ ਬੁਰਕੀਆਂ ਕੱਢ ਆਪਣੇ ਬੋਟ ਦੇ ਮੂੰਹ 'ਚ ਦਿੰਦੀ ਹੈ। ਚੰਗੀ ਤਾਲੀਮ ਦੇਣ ਦੀ ਕੋਸ਼ਿਸ਼ ਕਰਦੀ ਹੈ, ਆਪ ਭੁੱਖੀ ਰਹਿ ਸਕਦੀ ਹੈ, ਚੰਗੇ ਸਕੂਲ ਕਾਲਜ ਯੂਨੀਵਰਸਿਟੀ 'ਚ ਪੜ੍ਹਾਉਂਦੀ ਹੈ ਅਤੇ ਚੰਗੇ ਮੁਲਕਾਂ ਵਿੱਚ ਫਿਰ ਭੇਜਣ ਵਾਸਤੇ ਵੀ ਸਭ ਕੁਝ ਕਰਨ ਵਾਸਤੇ ਤਿਆਰ ਰਹਿੰਦੀ ਹੈ। ਆਹ ਜਿਹੜੀਆਂ ਮਾਵਾਂ ਨੇ, ਛੱਤੀਸਗੜ੍ਹ ਦਾ ਪਿੰਡ ਹੈ ਬਲਰਾਮਪੁਰ ਅਤੇ ਰਾਜਪੁਰ, ਉੱਥੋਂ ਦੀ ਖਬਰ ਹੈ। ਉੱਥੇ ਰਾਤ ਨੂੰ ਮਾਵਾਂ ਰੋਟੀ ਟੁੱਕ ਪਕਾ ਕੇ ਬੱਚਿਆਂ ਨੂੰ ਖਵਾ ਕੇ ਸੌਣ ਤੋਂ ਪਹਿਲਾਂ ਆਪਣੇ ਛੋਟੇ ਬੱਚਿਆਂ ਨੂੰ ਆਪਣੇ ਢਿੱਡ ਨਾਲ ਬੰਨ੍ਹ ਕੇ ਸੌਂਦੀਆਂ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਖਬਰ ਹੈ ਕਿ ਕਿਉਂ ਢਿੱਡ ਨਾਲ ਬੰਨ੍ਹਦੀਆਂ ਨੇ, ਕਿਉਂਕਿ ਤੁਸੀਂ ਵੀ ਸੋਚ ਰਹੇ ਹੋਵੋਗੇ, ਮੈਂ ਵੀ ਜਦੋਂ ਖਬਰ ਵੇਖ ਸੁਣ ਰਿਹਾ ਸੀ ਮੈਨੂੰ ਵੀ ਬੜੀ ਹੈਰਾਨੀ ਹੋਈ। ਅਸਲ ਦੇ ਵਿੱਚ ਮਕਸਦ ਉਹਨਾਂ ਦਾ ਇਹ ਹੈ, ਉਹਨਾਂ ਦੇ ਪਿੰਡਾਂ ਦੇ ਉੱਤੇ 10 ਕੁ ਹਾਥੀਆਂ ਦਾ ਝੁੰਡ ਫਿਰਦਾ। ਉਹ ਕਹਿੰਦੇ ਬਰਸਾਤ ਦੇ ਦਿਨ ਨੇ, ਬਿਜਲੀ ਭੱਜ ਜਾਂਦੀ ਹੈ, ਮੁੜ ਕੇ ਬਿਜਲੀ ਕਈ ਘੰਟੇ ਆਉਂਦੀ ਨਹੀਂ, ਕੱਟ ਲੰਬੇ ਲੱਗ ਜਾਂਦੇ ਨੇ ਅਤੇ ਹਾਥੀ ਰਾਤ ਦੇ ਹਨੇਰੇ ਵਿੱਚ ਕੱਚੇ ਉਹਨਾਂ ਦੇ ਘਰ ਨੇ ਆਉਂਦੇ ਆ, ਹਮਲਾ ਕਰ ਦਿੰਦੇ ਆ, ਜਿਸ ਦੇ ਕਾਰਨ ਇਹ ਔਰਤਾਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਦੇ ਵਾਸਤੇ ਕਿ ਜੇਕਰ ਹਾਥੀ ਆ ਗਿਆ, ਬੱਚਾ ਢਿੱਡ ਨਾਲ ਬੰਨ੍ਹਿਆ ਹੋਊ, ਅਸੀਂ ਭੱਜ ਲਾਂਗੇ ਅਤੇ ਬੱਚਾ ਸਾਡੇ ਨਾਲ ਹੋਊ, ਕਿਤੇ ਬੱਚਾ ਸਾਡਾ ਪਿੱਛੇ ਰਹਿ ਨਾ ਜਾਵੇ। ਇੰਨਾ ਹੀ ਨਹੀਂ, ਇਹ ਵੀ ਖਬਰ ਮਿਲ ਰਹੀ ਹੈ ਕਿ ਜਿਹੜੇ ਇਹਨਾਂ ਬੱਚਿਆਂ ਦੇ ਬਾਪ ਨੇ
ਉਹ ਸਾਰੀ ਸਾਰੀ ਰਾਤ ਸੌਂਦੇ ਨਹੀਂ, ਠੀਕਰੀ ਪਹਿਰਾ ਦਿੰਦੇ ਨੇ ਕਿ ਜੇਕਰ ਹਾਥੀ ਆ ਗਏ ਤਾਂ ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਹੈ। ਹੁਣ 2020 ਦੇ ਵਿੱਚ ਹੁਣ ਜਦੋਂ ਪੁੱਛਿਆ ਗਿਆ ਕਿ ਫਿਰ ਕੱਚੇ ਘਰਾਂ ਦੇ ਬਾਹਰ ਪਹਿਰਾ ਲੱਗਦਾ, ਉਹ ਕਹਿੰਦੇ ਨਹੀਂ, ਜਿਹੜੇ ਆਂਗਨਵਾੜੀ ਸਕੂਲ ਨੇ, ਜਿਹੜੇ ਸਰਕਾਰੀ ਇਮਾਰਤਾਂ ਨੇ ਉਹ ਪੱਕੀਆਂ ਨੇ, ਆਪਣੇ ਘਰ ਛੱਡ ਕੇ ਰੋਟੀ ਪਕਾ ਕੇ ਰਾਤ ਨੂੰ ਉੱਥੇ ਜਾ ਕੇ ਸੌਂਦੇ ਨੇ। ਹੁਣ ਇਹ ਕਹਿੰਦੇ ਸਾਡੀਆਂ ਦੋ ਡਿਮਾਂਡਸ ਨੇ। ਦੇਖੋ ਸਭ ਤੋਂ ਵੱਡੀ ਡਿਮਾਂਡ 2020 'ਚ ਕੀ ਕੀਤੀ ਜਾ ਰਹੀ ਹੈ, ਉਹ ਕਹਿੰਦੇ ਅਸੀਂ ਗਰੀਬ ਲੋਕ ਹਾਂ, ਸਾਡੇ ਕੋਲੇ ਬੈਟਰੀਆਂ ਨਹੀਂ, ਟਾਰਚਾਂ ਨਹੀਂ ਹੈਗੀਆਂ, ਸਰਕਾਰ ਸਾਨੂੰ ਟਾਰਚ ਲੈ ਕੇ ਦੇ ਦੇਵੇ, ਸਾਡਾ ਮਸਲਾ ਹੱਲ ਹੋ ਸਕਦਾ। ਕਿਹੜੇ ਜ਼ਮਾਨੇ 'ਚ ਫਿਰਦੇ ਆ ਤੇ ਕਿਹੜੇ ਮੁਲਕ 'ਚ ਫਿਰਦੇ ਆ ਕਿ ਉਹਨਾਂ ਦੀ ਮੰਗ ਸਰਕਾਰ ਦੇ ਅੱਗੇ ਕੋਈ ਟਾਰਚ ਨਹੀਂ ਸਾਡੇ ਕੋਲ। ਕਿੰਨੀ ਕੁ ਗਰੀਬੀ ਹੋਣੀ ਹੈ, ਕਿਹੋ ਜਿਹੇ ਹਾਲਾਤ ਹੋਣਗੇ। ਹੁਣ ਉਹਨਾਂ ਕੋਲ ਜਿਹਦੇ ਕੋਲ ਟਾਰਚ ਲੈਣ ਨੂੰ ਪੈਸੇ ਨਹੀਂ, ਉਹਨਾਂ ਕੋਲ ਹਥਿਆਰ ਵੀ ਕਹੇ ਜਿਹੇ ਹੋਣਗੇ ਜਿਹੜੇ ਹਾਥੀ ਦਾ ਮੁਕਾਬਲਾ ਕਰ ਲੈਣਗੇ, ਪਰ ਜਾਨ ਤਲੀ ਤੇ ਰੱਖੀ ਫਿਰਦੇ ਆ। ਹੁਣ ਪਤਾ ਲੱਗਿਆ ਕਿ ਪਿੰਡ ਦੇ ਵਿੱਚ 10 ਕੁ ਹਾਥੀਆਂ ਦਾ ਝੁੰਡ ਹੈ ਅਤੇ ਪਿਛਲੇ 2 ਸਾਲਾਂ ਦੇ ਵਿੱਚ ਇਹ ਹਾਥੀ ਪਿਛਲੇ 2 ਸਾਲਾਂ ਦੇ ਵਿੱਚ 10 ਬੰਦਿਆਂ ਨੂੰ ਜਾਨ ਤੋਂ ਮਾਰ ਚੁੱਕੇ ਨੇ। ਇਸ ਕਰਕੇ ਪਿੰਡ ਦੇ ਲੋਕ ਰਾਤ ਨੂੰ ਸਰਕਾਰੀ ਜਿਹੜੀਆਂ ਇਮਾਰਤਾਂ ਨੇ ਉਹਨਾਂ ਵਿੱਚ ਜਾ ਕੇ ਸੌਂਦੇ ਨੇ ਤੇ ਬੱਚਿਆਂ ਨੂੰ ਢਿੱਡ ਨਾਲ ਬੰਨ੍ਹ ਕੇ ਮਾਵਾਂ ਸੌਂਦੀਆਂ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਸਰਕਾਰ ਅੱਗੇ ਅਪੀਲ ਹੈ ਕਿ ਭਾਈ ਜਿਹੜੇ ਆਹ ਲੋਕ ਨੇ ਇਹਨਾਂ ਦੀ ਸਾਰ ਲੈਣੀ ਬਣਦੀ ਹੈ ਤਾਂ ਕਿ ਉਹ ਆਪਣੇ ਆਪ ਨੂੰ ਤੇ ਆਪਣੀ ਔਲਾਦ ਨੂੰ ਮਹਿਫੂਜ਼ ਸਮਝਣ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਗਲੀ ਖਬਰ ਤੁਹਾਨੂੰ ਪਤਾ ਹੈ ਕਿ ਚੀਨ ਨਾਲ ਭਾਵੇਂ ਬਾੜ ਦੀ ਜੰਗ ਹੋਈ ਹੋਵੇ, ਭਾਵੇਂ ਉਹ ਤੋਂ ਪਹਿਲਾਂ ਹਿੰਦੀ ਚੀਨੀ ਭਾਈ ਭਾਈ ਦੇ ਨਾਅਰੇ ਲੱਗੇ ਹੋਣ, ਭਾਵੇਂ ਨਹਿਰੂ ਅਤੇ ਉਧਰਲੀ ਸਰਕਾਰ ਨੇ ਸਮਝੌਤਾ ਨੰਗਲ ਕੋਲ ਕੀਤਾ ਹੋਵੇ, ਉਹਨਾਂ ਸਮਝੌਤਿਆਂ ਤੋਂ ਇੱਕ ਵਾਰ ਨਹੀਂ ਅਨੇਕਾਂ ਵਾਰ ਮੁੱਕਰਿਆ। ਆ ਹੁਣ ਬੀਤੇ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਵਿੱਚੋਂ ਕੁਝ ਪੰਜਾਬ ਦੇ ਜਵਾਨ ਵੀ ਸੀ ਤੇ ਕੁਝ ਭਾਰਤ ਦੇ ਹੋਰ ਹਿੱਸਿਆਂ ਦੇ ਵੀ ਸੀ। ਕਿੰਨੇ ਜਵਾਨ ਸ਼ਹੀਦ ਹੋਏ। ਕਈ ਲੋਕ ਕਹਿੰਦੇ ਨੇ ਕੋਈ ਗੱਲ ਨਹੀਂ, ਜਿਨ੍ਹਾਂ ਦਾ ਜਵਾਨ ਸ਼ਹੀਦ ਹੋਊਗਾ ਉਹਨਾਂ ਵਾਸਤੇ ਤਾਂ ਜੰਗ ਲੱਗੀ ਹੋਈ ਹੈ। ਹੁਣ ਕੋਈ 20 ਸਾਲ ਦਾ ਸੀ, ਕੋਈ 22 ਵਰ੍ਹਿਆਂ ਦਾ ਸੀ, ਉਹਨਾਂ ਦੇ ਹਲੇ ਅਥਰੂ ਸੁੱਕੇ ਨਹੀਂ। ਆ ਹੁਣ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਖਬਰ ਮਿਲ ਰਹੀ ਹੈ ਕਿ ਲਦਾਖ ਸੈਕਟਰ ਦੇ ਵਿੱਚ ਘੱਟੋ ਘੱਟ 500 ਲਿਬਰੇਸ਼ਨ ਆਰਮੀ ਦੇ ਜਵਾਨ, ਜਿਹੜੀ ਚੀਨ ਦੀ ਫੌਜ ਹੈ, ਭਾਰਤ ਦੀ ਅਸਲ ਕੰਟਰੋਲ ਰੇਖਾ ਤੋਂ ਭਾਰਤ ਵਾਲੇ ਪਾਸੇ ਆ ਘੁਸਪੈਠ ਕਰ ਰਹੇ ਸੀ। ਫਿਰ ਇੱਧਰਲੇ ਪਾਸੇ ਕਿਹੜਾ ਚੂੜੀਆਂ ਪਾ ਕੇ ਬੈਠੇ ਸੀ ਜਵਾਨ। ਤੁਹਾਨੂੰ ਪਤਾ ਹੈ ਕਿ ਸਮਝੌਤਾ ਹੋਇਆ ਹੈ। ਪਹਿਲੀ ਲੜਾਈ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਿ ਰਫਲਾਂ ਕਿਉਂ ਨਹੀਂ ਚਲਾਈਆਂ, ਬੰਦੂਕਾਂ ਕਿਉਂ ਨਹੀਂ ਚਲਾਈਆਂ, ਤੋਪਾਂ ਕਿਉਂ ਨਹੀਂ ਚਲਾਈਆਂ। ਅਸਲ ਦੇ ਵਿੱਚ ਸਮਝੌਤਾ ਹੋਇਆ ਕਿ ਇਸ ਅਸਲ ਕੰਟਰੋਲ ਰੇਖਾ ਦੇ ਆਲੇ ਦੁਆਲੇ 2-2 ਕਿਲੋਮੀਟਰ ਦੇ ਏਰੀਏ 'ਚ ਕੋਈ ਹਥਿਆਰ ਚਲਾਇਆ ਨਹੀਂ ਜਾ ਸਕਦਾ। ਇਸੇ ਕਰਕੇ ਹੱਥੀਂ ਝੜਪ ਹੋਈ ਸੀ, ਪੱਥਰ ਮਾਰ-ਮਾਰੀ ਸਾਡੇ ਜਵਾਨ ਮਾਰ ਦਿੱਤੇ ਸੀ। ਤੇ ਉਧਰੋਂ ਵੀ ਖਬਰ ਮਿਲ ਰਹੀ ਹੈ ਕਿ ਉਦੋਂ ਵੀ ਘੱਟੋ ਘੱਟ 80 ਜਵਾਨ ਸੀ ਜਿਹੜੇ ਮੌਤ ਦੀ ਗੱਡੀ ਚਾੜੇ ਸੀ ਭਾਰਤੀਆਂ ਨੇ। ਆ ਹੁਣ ਜਿਹੜੀ ਖਬਰ ਮਿਲ ਰਹੀ ਹੈ ਇਹਦੇ ਮੁਤਾਬਕ ਖਬਰ ਇਹ ਹੈ ਕਿ ਜਦੋਂ ਉਹ ਰਾਤ ਨੂੰ ਘੁਸਪੈਠ ਕਰਨ ਲੱਗੇ 29 ਤੇ 30 ਦੀ ਦਰਮਿਆਨੀ ਰਾਤ ਨੂੰ, ਇੱਧਰਲੇ ਫੌਜੀ ਜਵਾਨਾਂ ਨੇ ਆਉਂਦੀ ਝਾੜ ਕੇ ਚੱਕ ਲਏ। ਹੱਥੋਂ ਪਾਈ ਕਾਫੀ ਹੋਈ, ਦੋਵੇਂ ਪਾਸਿਆਂ ਦੇ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲ ਰਹੀ ਹੈ। ਪਰ ਹਾਲੇ ਤੱਕ ਨਾ ਭਾਰਤੀ ਫੌਜ ਨਾ ਚੀਨ ਦੀ ਫੌਜ ਅਧਿਕਾਰਤ ਤੌਰ ਤੇ ਇਹਦੀ ਪੁਸ਼ਟੀ ਨਹੀਂ ਕਰ ਰਹੀ। ਪਰ ਇੱਕ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ, ਜਿਹੜੇ ਭਾਰਤੀ ਥਲ ਸੈਨਾ ਦੇ ਬੁਲਾਰੇ ਨੇ ਕਰਨਲ ਕਮਲ ਆਨੰਦ, ਉਹ ਕਹਿੰਦੇ ਚੀਨ ਦੀ ਲਿਬਰੇਸ਼ਨ ਆਰਮੀ ਨੇ ਬੀਤੀ 29 ਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਭਾਰਤ ਦੀ ਤੇ ਚੀਨ ਦੇ ਸਫੀਰਾਂ ਦੇ ਵਿਚਕਾਰ ਡਿਪਲੋਮੈਟ ਤਰੀਕੇ ਦੇ ਨਾਲ ਇੱਕ ਸ਼ਾਂਤੀ ਸਮਝੌਤਾ ਕੀਤਾ ਗਿਆ ਸੀ, ਉਹਦੀ ਇੱਕ ਵਾਰ ਫਿਰ ਤੋਂ ਇਸ ਲਿਬਰੇਸ਼ਨ ਆਰਮੀ ਨੇ ਉਲੰਘਣਾ ਕੀਤੀ ਹੈ। ਉਹ ਕਹਿੰਦੇ ਭਾਰਤੀ ਫੌਜ ਤਾਂ ਉਸ ਹੋਏ ਸਮਝੌਤੇ ਦੇ ਉੱਤੇ ਇਨ ਬਿਨ ਬਰਕਰਾਰ ਹੈ, ਪਰ ਚੀਨ ਵਾਲੇ ਲਗਾਤਾਰ ਪਹਿਲਾਂ ਵੀ ਖਬਰਾਂ ਮਿਲ ਰਹੀਆਂ ਸੀ ਕਿ ਉੱਥੇ ਆਰਮੀ ਵੀ ਵਧਾ ਰਹੇ ਹੈ। ਇਹਦੇ ਨਾਲ ਇਹ ਖਬਰਾਂ ਵੀ ਮਿਲ ਰਹੀਆਂ ਸੀ ਕਿ ਉਧਰੋਂ ਹਥਿਆਰ ਵੀ ਇਕੱਠੇ ਕੀਤੇ ਜਾ ਰਹੇ ਆ। ਪਰ ਇੱਧਰਲੇ ਪਾਸੋਂ ਵੀ ਨਫਰੀ ਵਧਾ ਦਿੱਤੀ ਗਈ ਸੀ। ਪਰ ਬਾਅਦ ਦੇ ਵਿੱਚ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ, ਉਹਦੇ ਤੋਂ ਬਾਅਦ ਖਬਰਾਂ ਮਿਲੀਆਂ ਸਨ ਕਿ ਦੋਵੇਂ ਪਾਸਿਆਂ ਦੀ ਫੌਜ ਅਤੇ ਆਲਾ ਅਧਿਕਾਰੀ ਇਸ ਗੱਲ ਤੇ ਸਹਿਮਤ ਹੋ ਗਏ ਹੈ ਕਿ ਇਸ ਇਲਾਕੇ ਦੇ ਵਿੱਚ ਸ਼ਾਂਤੀ ਬਰਕਰਾਰ ਰੱਖੀ ਜਾਵੇ। ਤੇ ਆਹ ਹੋਈ ਘੁਸਪੈਠ ਤੋਂ ਬਾਅਦ ਬ੍ਰਿਗੇਡੀਅਰ ਪੱਧਰ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਫਲੈਗ ਮੀਟਿੰਗ ਚੱਲ ਰਹੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਠੰਡ ਠੰਡੌਲਾ ਹੋ ਸਕੇ, ਉੱਥੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਨਾ ਇੱਧਰਲੇ ਨਾ ਕਿਸੇ ਉੱਧਰਲੇ ਫੌਜੀ ਜਵਾਨ ਦਾ ਨੁਕਸਾਨ ਨਾ ਹੋਵੇ। ਆਹ ਜਿਹੜੀ ਖਬਰ ਹੁਣ ਮਿਲ ਰਹੀ ਸੀ ਇਹ ਪੈਂਗੋਂਗ ਝੀਲ ਦੇ ਆਲੇ ਦੁਆਲੇ ਦੱਖਣ ਦੇ ਪਾਸੇ, ਦੱਖਣ ਦੇ ਕੰਢੇ ਦੇ ਉੱਤੇ ਵਾਪਰੀ ਹੈ,
ਜਿਹੜੀ ਫਿਰ ਇੱਕ ਵਾਰ ਚੀਨ ਦੀ ਨਿੰਦਣਯੋਗ ਘਟਨਾ ਹੈ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਅਮਰੀਕਾ ਦੇ ਵਿੱਚੋਂ ਤੁਹਾਨੂੰ ਪਤਾ ਹੈ ਕਿ ਜਾਰਜ ਫਲੋਇਡ ਦੀ ਮੌਤ ਹੋਈ। ਪੁਲਿਸ ਅਧਿਕਾਰੀ ਨੇ ਲਗਭਗ ਪੌਣੇ 9 ਮਿੰਟ ਉਹਦੀ ਧੌਣ ਤੇ ਗੋਡਾ ਰੱਖਿਆ ਸੀ। ਉਦੋਂ ਗੋਡਾ ਚੁੱਕਿਆ ਜਦੋਂ ਉਸਦੇ ਪ੍ਰਾਣ ਪੰਖੇਰੂ ਉੜ ਗਏ ਸੀ। ਪੂਰੇ ਅਮਰੀਕਾ ਵਿੱਚ ਵੀ ਤੇ ਦੁਨੀਆ ਭਰ ਦੇ ਵਿੱਚ ਵੀ ਨਸਲਵਾਦ ਦੇ ਖਿਲਾਫ ਬਹੁਤ ਲੋਕ ਉੱਠ ਕੇ ਖੜੇ ਹੋਏ। ਉਹ ਇੰਗਲੈਂਡ ਦੇ ਵਿੱਚ ਵੀ ਜਾ ਕੇ ਕੁਝ ਨਸਲਵਾਦੀ ਲੋਕ ਸਨ, ਲੋਕਾਂ ਨੇ ਬੁੱਤਾਂ ਦੇ ਗਲਾਂ ਨੂੰ ਪਾ ਕੇ ਦੱਸਿਆ ਉਹ ਵਗਾ ਮਾਰੇ ਸੀ, ਕੋਈ ਨਦੀ 'ਚ ਮਾਰਿਆ, ਕੋਈ ਨਾਲੇ 'ਚ ਮਾਰਿਆ। ਪਰ ਅੱਜ ਖਬਰ ਕੈਨੇਡਾ ਵਾਲੇ ਪਾਸਿਓਂ ਮਿਲ ਗਈ ਕਿ ਕੈਨੇਡਾ ਦੇ ਜੇ ਪਹਿਲੇ ਪ੍ਰਧਾਨ ਮੰਤਰੀ ਸਨ, ਉਹਨਾਂ ਦਾ ਬੁੱਤ ਦੇ ਉੱਤੇ ਕਿਸੇ ਨੇ ਤੋੜ ਭੰਨ ਵੀ ਕੀਤੀ ਅਤੇ ਰੰਗ ਵੀ ਕਰ ਦਿੱਤਾ। ਉਹਦੇ ਤੋਂ ਬਾਅਦ ਜਿਹੜੇ ਅਲਬਰਟਾ ਸੂਬੇ ਦੇ ਮੁੱਖ ਮੰਤਰੀ ਜੇਸਨ ਕੇਨੀ ਨੇ, ਉਹ ਕਹਿੰਦੇ ਜੇ ਤੁਹਾਡੇ ਤੋਂ ਬੁੱਤ ਸੰਭਾਲਿਆ ਨਹੀਂ ਜਾਂਦਾ ਤੁਸੀਂ ਸਾਨੂੰ ਅਲਬਰਟਾ 'ਚ ਲਿਆ ਕੇ ਦੇ ਦਿਓ, ਅਸੀਂ ਸੰਭਾਲ ਲਾਂਗੇ। ਉਹਨਾਂ ਦੇ ਇਸ ਟਵੀਟ ਕਰਨ ਤੋਂ ਬਾਅਦ ਨਸਲਵਾਦ ਦੀ ਬੋ ਫਿਰ ਭੜਕ ਪਈ ਹੈ। ਹੁਣ ਜੇਸਨ ਕੇਨੀ ਦੇ ਖਿਲਾਫ ਲੋਕ ਬਹੁਤ ਟਵੀਟ ਕਰੀ ਜਾਂਦੇ ਨੇ। ਹੁਣ ਇਸੇ ਤਰ੍ਹਾਂ ਦੀ ਇੱਕ ਘਟਨਾ ਬੀਤੇ ਕੁਝ ਦਿਨ ਪਹਿਲਾਂ ਫਿਰ ਅਮਰੀਕਾ ਦੇ ਵਿੱਚ ਵਾਪਰੀ। ਅਮਰੀਕਾ ਦੇ ਵਿੱਚ ਇੱਕ ਸਿਆਹ ਮੂਲ ਦੇ ਜਵਾਨ ਦੇ ਉੱਤੇ, ਹਾਲਾਂਕਿ ਉਸ ਵਕਤ ਉਸਦੀ ਕਾਰ ਦੇ ਵਿੱਚ ਉਸਦੇ ਬੱਚੇ ਵੀ ਬੈਠੇ ਸੀ, 7 ਗੋਲੀਆਂ ਮਾਰੀਆਂ। ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਅਪਾਹਜ ਹੋ ਗਿਆ, ਪਰ ਜਾਨ ਬਚ ਗਈ ਹੈ। ਉਹਦੇ ਤੋਂ ਬਾਅਦ ਇੱਕ ਵਾਰ ਫਿਰ ਲੋਕ ਸੜਕਾਂ ਦੇ ਉੱਤੇ ਨੇ। ਪੋਰਟਲੈਂਡ ਦੇ ਵਿੱਚ, ਔਰਗਨ ਸਟੇਟ ਹੈ, ਔਰਗਨ ਸੂਬਾ ਹੈ ਅਮਰੀਕਾ ਦਾ, ਉੱਥੇ ਉਸੇ ਦਿਨ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਨੇ। ਹੋਰਨਾਂ ਹਿੱਸਿਆਂ ਵਿੱਚ ਵੀ ਰੋਸ ਪ੍ਰਦਰਸ਼ਨ ਜਾਰੀ ਨੇ। ਸ਼ਨੀਵਾਰ ਤੋਂ ਲੈ ਕੇ ਐਤਵਾਰ ਦੇ ਦਰਮਿਆਨ ਜੇ ਆਪਾਂ ਦੇਖੀਏ ਤਾਂ ਘੱਟੋ ਘੱਟ 3 ਥਾਵਾਂ ਦੇ ਉੱਤੇ, ਕਈ ਥਾਵਾਂ 'ਤੇ ਗੋਲੀਆਂ ਅਮਰੀਕਾ ਦੇ ਵਿੱਚ ਚੱਲੀਆਂ। ਉਹਨਾਂ ਦੇ ਵਿੱਚੋਂ ਜਿਹੜੀ ਔਰਗਨ ਦੇ ਵਿੱਚ ਗੋਲੀ ਚੱਲੀ ਹੈ, ਪਤਾ ਲੱਗਿਆ ਕਿ ਇੱਕ ਪਾਸੇ 600 ਗੱਡੀਆਂ ਦਾ ਕਾਫਲਾ, ਕਿਉਂਕਿ ਰਾਸ਼ਟਰਪਤੀ ਟਰੰਪ ਉਹਨਾਂ ਦੇ ਹਮਾਇਤੀ, ਚੋਣ ਨੇੜੇ ਆ ਗਈ ਹੈ, ਰਾਸ਼ਟਰਪਤੀ ਲਗਭਗ 2-2.5 ਮਹੀਨੇ ਦਾ ਸਮਾਂ, ਉਹ ਆਪਣਾ ਜਿੰਦਾਬਾਦ ਮੁਰਦਾਬਾਦ ਕਰਦੇ ਆਉਂਦੇ ਸੀ। ਤੇ ਦੂਸਰੇ ਪਾਸੇ ਆ ਸਿਆਹ ਭਾਈਚਾਰੇ ਦੇ ਹੱਕ ਵਿੱਚ ਪ੍ਰਦਰਸ਼ਨਕਾਰੀ, ਉਹ ਮੁਰਦਾਬਾਦ ਕਰਦੇ ਆਉਂਦੇ ਸੀ। ਆਪਸ ਦੇ ਵਿੱਚ ਗਹਿ ਗੱਚ ਝੜਪ ਹੋਈ। ਇਸ ਝੜਪ ਦੇ ਵਿੱਚ ਪਤਾ ਨਹੀਂ ਗੋਲੀ ਕੌਣ ਚਲਾ ਗਿਆ। ਇੱਕ ਵਿਅਕਤੀ ਦੇ ਛਾਤੀ ਦੇ ਵਿੱਚ ਦੀ ਆਰ-ਪਾਰ ਗੋਲੀ ਹੋ ਗਈ ਤੇ ਉਹਨੂੰ ਮੈਡੀਕਲ ਏਡ ਵੀ ਦਿੱਤੀ ਗਈ, ਪਰ ਉਹ ਵਿਅਕਤੀ ਦਮ ਤੋੜ ਗਿਆ। ਉਹਦੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਸਾਹਿਬ ਨੇ ਇੱਕ ਟਵੀਟ ਕੀਤਾ। ਉਸ ਟਵੀਟ ਦੇ ਵਿੱਚ ਜਿਹੜੇ ਇੱਥੋਂ ਦੇ ਮੇਅਰ ਨੇ, ਮੇਅਰ ਦੇ ਉੱਤੇ ਜਿਹੜਾ ਉਹਨਾਂ ਨੇ ਨਜ਼ਲਾ ਝਾੜਿਆ, ਉਹ ਹੈਰਾਨੀ ਕਹਿੰਦਾ ਟੈਡ ਵੀਲਰ, ਇੱਕ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧ ਨੇ, ਜਿਹੜੀ ਰਾਸ਼ਟਰਪਤੀ ਟਰੰਪ ਸਾਹਿਬ ਦੀ ਵਿਰੋਧੀ ਪਾਰਟੀ ਹੈ। ਕਹਿੰਦੇ ਇਸ ਵਿਅਕਤੀ ਨੂੰ ਲਾਅ ਐਂਡ ਆਰਡਰ ਮੇਨਟੇਨ ਹੀ ਨਹੀਂ ਕਰਨਾ ਆਉਂਦਾ। ਇਹ ਜਾਣ ਬੁੱਝ ਕੇ ਜਿਹੜੇ ਲੋਕ ਇਸ ਤਰ੍ਹਾਂ ਦੀ ਪ੍ਰਵਿਰਤੀ ਵਾਲੇ ਆ, ਉਹਨਾਂ ਨੂੰ ਇਹ ਹੱਲਾਸ਼ੇਰੀ ਦੇ ਰਿਹਾ ਹੈ। ਹੁਣ ਰਾਸ਼ਟਰਪਤੀ ਟਰੰਪ ਸਾਹਿਬ ਨੂੰ ਪੁੱਛਣਾ ਚਾਹੀਦਾ ਕਿ ਇੱਕ ਸ਼ਹਿਰ ਦੇ ਮੇਅਰ ਨੇ, ਤੁਸੀਂ ਪੂਰੇ ਅਮਰੀਕਾ ਦੇ ਰਾਸ਼ਟਰਪਤੀ ਹੋ। ਜੇਕਰ ਪੂਰੀ ਅਮਰੀਕਾ ਦੇ ਵਿੱਚ ਦੰਗੇ ਫਸਾਦ ਭੜਕੇ ਸੀ ਪਹਿਲਾਂ ਵੀ, ਹੁਣ ਵੀ ਬੀਤੇ ਕਈਆਂ ਦਿਨਾਂ ਤੋਂ ਲਗਾਤਾਰ ਲੋਕ ਸੜਕਾਂ ਤੇ ਨੇ, ਫਿਰ ਇਹਦੀ ਜ਼ਿੰਮੇਵਾਰੀ ਕੌਣ ਕਬੂਲੂਗਾ? ਹੁਣ ਆਪਸ ਦੇ ਵਿੱਚ ਜਦੋਂ ਦੇਖਦੇ ਹਾਂ ਕਿ 11 ਲੋਕਾਂ ਨੂੰ ਗੋਲੀ ਲੱਗੀ 3 ਸਟੇਟਾਂ ਦੇ ਵਿੱਚ, ਇੱਕ ਮਿਸੌਰੀ ਦੇ ਵਿੱਚ ਘਟਨਾ ਵਾਪਰੀ ਆ, ਉਹਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਕੰਸਾਸ ਸ਼ਹਿਰ ਦੇ ਵਿੱਚ ਇੱਕ ਨਾਈਟ ਕਲੱਬ ਦੇ ਵਿੱਚ 4 ਲੋਕਾਂ ਨੂੰ ਗੋਲੀ ਲੱਗੀ। ਇਸੇ ਤਰ੍ਹਾਂ ਸ਼ਿਕਾਗੋ ਤੋਂ ਖਬਰ ਮਿਲ ਰਹੀ ਹੈ ਕਿ 5 ਲੋਕਾਂ ਨੂੰ ਕੁਝ ਘੰਟਿਆਂ ਦੇ ਅੰਦਰ ਅੰਦਰ ਗੋਲੀ ਲੱਗੀ ਹੈ। ਅਮਰੀਕਾ ਇੱਕ ਵਾਰੀ ਫਿਰ ਸੜ ਰਿਹਾ ਹੈ, ਅਮਰੀਕਾ ਇੱਕ ਵਾਰੀ ਫਿਰ ਵੜ ਰਿਹਾ ਹੈ। ਪਰ ਜਿਹੜੀ ਪੋਰਟਲੈਂਡ ਤੋਂ ਇਲਾਵਾ ਕੰਸਾਸ ਸ਼ਹਿਰ ਦੇ ਵਿੱਚ ਅਤੇ ਨਾਲ ਸ਼ਿਕਾਗੋ ਦੇ ਵਿੱਚ ਗੋਲੀਬਾਰੀ ਹੋਈ ਹੈ, ਇਹ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਇਹਦਾ ਪ੍ਰਦਰਸ਼ਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ। ਅਸਲ ਦੇ ਵਿੱਚ ਜਨਵਰੀ ਮਹੀਨੇ ਵੀ ਜਿੱਥੇ ਆ ਦੁਬਾਰਾ ਮਿਸੌਰੀ ਦੇ ਵਿੱਚ ਗੋਲੀ ਚੱਲੀ ਹੈ, ਇਹ ਉੱਥੇ ਪਹਿਲਾਂ ਵੀ 15 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ, ਉਸੇ ਥਾਂ ਤੇ ਦੁਬਾਰਾ ਗੋਲੀ ਚੱਲੀ ਹੈ। ਪਰ ਆਪਣੇ ਆਪ ਦੇ ਵਿੱਚ ਇਹ ਘਟਨਾਵਾਂ ਚਿੰਤਾਜਨਕ ਨੇ। ਕਾਰਨ ਇਹ ਕਿ ਤੁਹਾਨੂੰ ਪਤਾ ਕਿ ਲਗਭਗ 2-2.5 ਮਹੀਨੇ ਦਾ ਸਮਾਂ ਰਹਿੰਦਾ ਹੈ। ਵਿਰੋਧੀ ਤਾਂ ਪਹਿਲੇ ਹੀ ਨਿਸ਼ਾਨੇ ਤੇ ਰੱਖੀ ਬੈਠੇ ਰਾਸ਼ਟਰਪਤੀ ਟਰੰਪ ਸਾਹਿਬ ਨੂੰ ਕਿ ਇਹਨਾਂ ਨੇ ਲਾਅ ਐਂਡ ਆਰਡਰ ਮੇਨਟੇਨ ਚੰਗੀ ਤਰੀਕੇ ਨਹੀਂ ਕੀਤਾ ਹੋਇਆ। ਇਹਨਾਂ ਨੇ ਇਸ ਵਕਤ ਕੋਵਿਡ-19 ਨੂੰ ਸਹੀ ਤਰੀਕੇ ਨਾਲ ਨਹੀਂ ਨਜਿੱਠਿਆ। ਦੁਨੀਆ ਭਰ ਦੇ ਕਈ ਮੁਲਕ ਇੱਕ ਪਾਸੇ ਨੇ। ਇਸ ਵਕਤ ਦੁਨੀਆ ਭਰ ਦੇ ਵਿੱਚੋਂ ਜੇਕਰ ਕੋਵਿਡ-19 ਨਾਲ ਸਭ ਤੋਂ ਮਾੜੀ ਸਥਿਤੀ ਵਿੱਚੋਂ ਕੋਈ ਗੁਜ਼ਰ ਰਿਹਾ, ਉਹ ਅਮਰੀਕਾ, ਤੇ ਅਮਰੀਕਾ ਦਾ ਸੂਬਾ ਕੈਲੀਫੋਰਨੀਆ ਹੁਣ ਪਹਿਲੇ ਸਥਾਨ ਤੇ ਆ ਗਿਆ, ਜਿੱਥੇ ਪੰਜਾਬੀਆਂ ਦੀ ਵੀ ਸੰਘਣੀ ਵਸੋਂ ਹੈ। ਹੁਣ ਇਹਨਾਂ ਚੀਜ਼ਾਂ ਦਾ ਜਵਾਬ ਰਾਸ਼ਟਰਪਤੀ ਟਰੰਪ ਸਾਹਿਬ ਨੂੰ ਆਉਣ ਵਾਲੀਆਂ ਚੋਣਾਂ ਵੇਲੇ ਵੋਟਰਾਂ ਦੀ ਨਾਰਾਜ਼ਗੀ ਝੱਲਣੀ ਪਏਗੀ ਤੇ ਜਵਾਬ ਦੇਣਾ ਪਵੇਗਾ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਨਾਲ ਹੈ। ਤੁਹਾਨੂੰ ਪਤਾ ਹੈ ਕਿ ਮਾਣਹਾਨੀ ਦਾ ਮੁਕੱਦਮਾ ਉਹਨਾਂ ਦੇ ਖਿਲਾਫ ਚੱਲ ਰਿਹਾ ਸੀ।
ਉਹਨਾਂ ਨੇ ਬੀਤੇ ਦਿਨੀ ਅਪੀਲ ਵੀ ਕੀਤੀ ਸੀ ਕਿ ਇਸ ਮੁਕੱਦਮੇ ਨੂੰ ਰਫਾ ਦਫਾ ਕੀਤਾ ਜਾਵੇ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਦਾਲਤ ਦੇ ਹੁਕਮਾਂ ਦੇ ਵਿਚਕਾਰ, ਅਦਾਲਤ ਦੇ ਕੰਮ ਦੇ ਵਿਚਕਾਰ ਏੜਕਾ ਪਾਉਣ ਲਈ ਤੁਹਾਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਪਰ ਆਖਰਕਾਰ ਫੈਸਲਾ ਹੁਣ ਸੁਪਰੀਮ ਕੋਰਟ ਨੇ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਮਾਣਹਾਨੀ ਦੇ ਮੁਕੱਦਮੇ ਦੇ ਵਿੱਚ 1 ਰੁਪਈਏ ਦਾ ਜੁਰਮਾਨਾ ਠੋਕ ਦਿੱਤਾ। ਕਹਿੰਦੇ ਖਜ਼ਾਨੇ 'ਚ ਭਰੋ 1 ਰੁਪਈਆ। ਹੁਣ ਜਦੋਂ ਇਹ ਫੈਸਲਾ, ਕਿਉਂਕਿ ਇਸ ਫੈਸਲੇ ਦੇ ਬਾਬਤ ਪ੍ਰਸ਼ਾਂਤ ਭੂਸ਼ਣ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਵੇਂ ਮੈਂ ਵਿਰੋਧ ਤਾਂ ਕਰਦਾ ਕਿ ਮੈਨੂੰ ਸਜ਼ਾ ਸੁਣਾਈ ਨਹੀਂ ਜਾਣੀ ਚਾਹੀਦੀ, ਪਰ ਇੱਕ ਵਕੀਲ ਹੋਣ ਦੇ ਨਾਤੇ ਜੇਕਰ ਮੈਨੂੰ ਕੋਈ ਮਾਣਯੋਗ ਅਦਾਲਤ ਸਜ਼ਾ ਸੁਣਾਏਗੀ ਮੈਂ ਉਹ ਮੰਨਾਂਗਾ। ਹੁਣ 1 ਰੁਪਈਆ ਜੁਰਮਾਨਾ, ਪਤਾ ਨਹੀਂ ਉਹ ਵਿਚਾਰਾ ਕਿੱਥੋਂ ਆਧਾਰ ਫੜ ਕੇ ਇੱਧਰੋਂ ਉੱਧਰੋਂ ਲੈ ਕੇ ਆਉਣਗੇ, ਰਕਮ ਵੱਡੀ ਹੈ, ਪਰ ਇਹ ਜਿਹੜੀ ਸਜ਼ਾ ਹੈ ਸਿੰਬੋਲਿਕ ਹੈ। ਦੋਸ਼ੀ ਤਾਂ ਦੋਸ਼ੀ ਹੈ, ਜੁਰਮਾਨਾ ਤਾਂ ਜੁਰਮਾਨਾ ਹੈ। ਉਹਨਾਂ ਨੂੰ ਇਹ ਵੀ ਕਹਿ ਦਿੱਤਾ ਕਿ ਜੇਕਰ 15 ਸਤੰਬਰ ਤੋਂ ਪਹਿਲਾਂ ਖਜ਼ਾਨੇ ਵਿੱਚ ਇਹ ਰਕਮ ਤੁਸੀਂ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਤੁਹਾਨੂੰ 3 ਮਹੀਨੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜਾਂ 3 ਸਾਲਾਂ ਵਾਸਤੇ ਤੁਹਾਡਾ ਵਕਾਲਤ ਕਰਨ ਦਾ ਜਿਹੜਾ ਲਾਇਸੈਂਸ ਆ ਉਹ ਮੁਅੱਤਲ ਕੀਤਾ ਜਾ ਸਕਦਾ ਹੈ। ਹੁਣ ਇਸ ਫੈਸਲੇ ਤੋਂ ਬਾਅਦ ਪ੍ਰਸ਼ਾਂਤ ਭੂਸ਼ਣ ਕਹਿੰਦੇ ਦੇਖੋ ਇਹ ਜੁਰਮਾਨਾ ਤਾਂ ਮੈਂ ਭਰ ਦੇਣਾ, ਪਰ ਇਸ ਫੈਸਲੇ ਦੇ ਖਿਲਾਫ ਨਜ਼ਰਸ਼ਾਨੀ ਪਟੀਸ਼ਨ ਵੀ ਮੈਂ ਦਾਇਰ ਕਰ ਦੇਣੀ ਹੈ ਕਿ ਫੈਸਲਾ ਸਹੀ ਨਹੀਂ। ਇਹਦੇ ਨਾਲ ਉਹਨਾਂ ਨੇ ਇੱਕ ਵਾਰੀ ਫੇਰ ਟਵੀਟ ਕਰ ਦਿੱਤਾ, ਜਿਵੇਂ ਰੌਲਾ ਪਹਿਲਾਂ ਪਿਆ ਸੀ। ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਸ ਨੂੰ ਮਾਣਯੋਗ ਅਦਾਲਤ ਦੀ ਹੱਦ ਤੱਕ ਨਾ ਸਮਝਿਆ ਜਾਵੇ, ਤੋਹੀਨ ਨਾ ਸਮਝਿਆ ਜਾਵੇ। ਅਸਲ ਦੇ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਮੈਂ ਗੱਲ ਕਰ ਰਿਹਾ। ਮੈਨੂੰ ਹੱਕ ਹੈ ਕਹਿੰਦੇ ਬੋਲਣ ਦਾ, ਕਿਉਂਕਿ ਫਰੀडम ਆਫ ਸਪੀਚ ਹੈ ਭਾਰਤ ਵਿੱਚ ਵੀ ਹੈ। ਹੁਣ ਹੈ ਕਿੰਨੀ ਇਹ ਤੁਹਾਨੂੰ ਵੀ ਪਤਾ ਹੈ। ਹੁਣ ਉਹਦੇ ਤੋਂ ਬਾਅਦ ਨਾਲ ਫਿਰ ਮਾਣਯੋਗ ਅਦਾਲਤ ਨੇ ਇਹ ਟਿੱਪਣੀ ਜ਼ਰੂਰ ਕੀਤੀ ਹੈ ਕਿ ਜੇਕਰ ਤੁਹਾਨੂੰ ਤੁਹਾਡੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਪਰ ਦੂਸਰੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਵੀ ਤੁਹਾਨੂੰ ਕਰਨਾ ਪਊ। ਇਹ ਨਹੀਂ ਕਿ ਤੁਹਾਡੇ ਆਜ਼ਾਦੀ ਦੇ ਪ੍ਰਗਟਾਵੇ ਵਿੱਚ ਦੂਸਰੇ ਲੋਕਾਂ ਦੇ ਮਾਣ ਸਨਮਾਨ ਨੂੰ ਸੱਟ ਜਾਂ ਫੇਟ ਲੱਗੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜੁਰਮਾਨਾ ਕਦੋਂ ਜਮ੍ਹਾਂ ਕਰਵਾਉਂਦੇ ਆ ਅਤੇ ਜਿਹਦੀ ਉਹ ਪਟੀਸ਼ਨ ਦੁਬਾਰਾ ਪਾਉਣੀ ਚਾਹੁੰਦੇ ਨੇ, ਦਰਜ ਕਰਵਾਉਣੀ ਚਾਹੁੰਦੇ ਨੇ, ਅਤੇ ਉਹਦੇ 'ਤੇ ਫੈਸਲਾ ਫਿਰ ਕੀ ਆਉਂਦਾ ਹੈ। ਅਗਲੀ ਹੈਰਾਨੀਜਨਕ ਮੰਦਭਾਗੀ ਖਬਰ ਹੈ। ਅਸਲ ਦੇ ਵਿੱਚ ਇੰਡੀਅਨ ਰੇਲਵੇ ਦੇ ਉੱਚ ਅਧਿਕਾਰੀ ਨੇ RD ਵਾਜਪਾਈ, ਉਹਨਾਂ ਦੀ ਘਰਵਾਲੀ, ਉਹਨਾਂ ਦੇ ਪੁੱਤ ਨੂੰ ਕਿਸੇ ਨੇ ਹਲਾਕ ਕਰ ਦਿੱਤਾ, ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਵੀ ਰਾਸ਼ਟਰਪਤੀ ਆਵਾਸ ਸਥਾਨ ਹੈ, ਨਿਵਾਸ ਸਥਾਨ ਹੈ, ਉਹਦੇ ਬਿਲਕੁਲ ਨੇੜੇ, ਜਿਹੜਾ ਬਹੁਤ ਸੁਰੱਖਿਆ ਵਾਲਾ ਇਲਾਕਾ ਹੈ, ਉਸ ਇਲਾਕੇ ਦੇ ਵਿੱਚ ਗੋਲੀ ਚੱਲੀ। ਗੋਲੀਆਂ 3 ਚੱਲੀਆਂ। ਇੱਕ ਗੋਲੀ ਇਸ ਅਧਿਕਾਰੀ ਦੀ ਘਰਵਾਲੀ ਦੇ ਲੱਗੀ ਹੋਈ ਸੀ, ਇੱਕ ਗੋਲੀ ਇਸ ਅਧਿਕਾਰੀ ਦੇ ਪੁੱਤ ਦੇ ਲੱਗੀ ਹੋਈ ਸੀ, ਅਤੇ ਇੱਕ ਗੋਲੀ ਸ਼ੀਸ਼ੇ 'ਤੇ ਲੱਗੀ ਹੋਈ ਸੀ, ਖਿੜਕੀ 'ਤੇ। ਹੁਣ ਇਹਦੀ ਧੀ ਘਰ ਦੇ ਵਿੱਚੋਂ ਪੁਲਿਸ ਨੂੰ ਜ਼ਖਮੀ ਮਿਲੀ ਅਤੇ ਉਹਦੇ ਜ਼ਖਮ ਕਾਫੀ ਸੀ, ਪਰ ਪੁਲਿਸ ਨੇ, ਹੈਰਾਨੀ ਦੀ ਗੱਲ ਸੀ ਕਿ ਇਹ ਜਿਹੜੀ ਘਟਨਾ ਲਖਨਊ ਦੇ ਵਿੱਚ ਦੂਹਰਾ ਕਤਲकांड ਹੋਇਆ, 4 ਘੰਟਿਆਂ ਦੇ ਵਿੱਚ ਲੱਭ ਲਈ ਪੁਲਿਸ ਨੇ ਕਿ ਅਸਲ 'ਚ ਹੋਇਆ ਕਿਵੇਂ। ਅਸਲ ਦੇ ਵਿੱਚ ਇਹ ਜਿਹੜੀ ਦੁਰਘਟਨਾ ਵਾਪਰੀ, ਜਦੋਂ ਪੁਲਿਸ ਆਈ ਤੇ 2 ਲਾਸ਼ਾਂ ਲੱਥ-ਪੱਥ ਪਈਆਂ ਨੇ, ਮਾਂ ਦੀ ਤੇ ਪੁੱਤ ਦੀ, ਤੇ ਤੀਸਰੀ ਇਸ ਨਾਬਾਲਗ ਲੜਕੀ ਨੂੰ ਜ਼ਖਮੀ ਹਾਲਤ ਦੇ ਵਿੱਚ ਘਰ ਦੇ ਵਿੱਚੋਂ ਪਾਇਆ। ਪਹਿਲੀ ਨਜ਼ਰੇ ਪੁਲਿਸ ਨੇ ਕਹਿ ਦਿੱਤਾ ਸੀ ਕਿ ਲੁੱਟ ਖੋਹ ਦੀ ਵਾਰਦਾਤ ਨਹੀਂ ਹੈ, ਕਿਉਂਕਿ ਘਰ ਦੇ ਵਿੱਚ ਲੁੱਟ ਖੋਹ ਵਾਲਾ ਮਾਮਲਾ ਨਹੀਂ। ਪਰ ਫਿਰ ਗੋਲੀਆਂ 3 ਚੱਲੀਆਂ ਤੇ ਕਿੰਨਾ ਸ਼ਾਰਪ ਸ਼ੂਟਰ ਹੋਊ ਜਿਹਨੇ 3 ਦੇ ਵਿੱਚੋਂ 2 ਗੋਲੀਆਂ ਐਨ ਟਿਕਾਣੇ ਮਾਰੀਆਂ, ਤੇ ਇੱਕ ਗੋਲੀ ਜਿਹੜੀ ਖਿੜਕੀ ਤੇ ਲੱਗੀ ਹੋਈ ਸੀ, ਖਿੜਕੀ ਤੇ ਪਹਿਲਾਂ ਲਿਖਿਆ ਡਿਸਕੁਆਲੀਫਾਈਡ ਹਿਊਮਨ, ਐਨ ਸੈਂਟਰ ਦੇ ਵਿੱਚ ਦੀ ਗੋਲੀ ਕੱਢੀ ਹੋਈ ਸੀ। ਅਸਲ ਦੇ ਵਿੱਚ ਆਹ ਜਿਹੜੀ ਇਸੇ ਹੀ ਬੰਦੇ ਦੀ ਧੀ ਜਿਹੜੀ ਜ਼ਖਮੀ ਹਾਲਤ ਵਿੱਚ ਮਿਲੀ ਹੈ, ਉਹ ਸ਼ਾਰਪ ਸ਼ੂਟਰ ਹੈ। ਅਸਲ ਦੇ ਵਿੱਚ ਗੋਲੀ ਇਸੇ ਨਹੀਂ ਚਲਾਈ। ਹੁਣ ਉਹਨੂੰ ਇਹ ਫੜ ਲਿਆ, ਫੜ ਕੇ ਉਹਦੀ ਅਦਾਲਤੀ ਪੇਸ਼ੀ ਹੋ ਗਈ ਅਤੇ 14 ਦਿਨ ਦੇ ਰਿਮਾਂਡ 'ਤੇ ਭੇਜ ਦਿੱਤੀ ਹੈ। ਹੁਣ ਪਤਾ ਲੱਗਾ ਕਿ ਸ਼ਾਇਦ ਘਰ ਦੇ ਵਿੱਚ ਕੋਈ ਵਾਦ ਵਿਵਾਦ ਸੀ, ਕੋਈ ਕਲੇਸ਼ ਸੀ, ਪਰ ਹੁਣ ਮਾਮਲਾ ਜਿੱਥੇ ਹੱਲ ਹੋਇਆ ਮਿਲ ਰਿਹਾ ਸੀ, ਉਹਦੇ ਨਾਲ ਹੁਣ ਇੱਕ ਅਣਪਛਾਤੇ ਵਿਅਕਤੀ ਦਾ ਨਾਮ ਵੀ ਜੋੜ ਦਿੱਤਾ ਗਿਆ। ਹੁਣ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ। ਅਸਲ ਦੇ ਵਿੱਚ ਥਾਣਾ ਗੌਤਮਪੱਲੀ ਦੇ ਵਿੱਚ ਇਸ ਮਾਂ ਪੁੱਤ ਦੇ ਕਤਲ ਤੋਂ ਬਾਅਦ ਇੱਕ ਵਾਰੀ ਫਿਰ ਮਨੁੱਖੀ ਕਦਰਾਂ ਕੀਮਤਾਂ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਿਆ ਕਿ ਜੇਕਰ ਮਾਂ ਪੁੱਤ ਤੇ ਧੀ ਦੀ ਆਪਸ ਵਿਚਕਾਰ ਬਣਦੀ ਨਹੀਂ ਸੀ ਤੇ ਮਿਲ ਕੇ ਬੈਠ ਕੇ ਮਾਮਲਾ ਨਜਿੱਠਿਆ ਜਾ ਸਕਦਾ ਸੀ। ਜਾਨ ਕਿਸੇ ਦੀ ਕਿਉਂ ਲੈਣੀ ਹੈ। ਹੁਣ ਧੀ ਨੇ ਜੇ ਕਤਲ ਕੀਤਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਖਬਰ ਹੈ, ਪਰ ਪੁਲਿਸ ਨੇ ਇਹ ਕਹਿੰਦੇ ਸਾਡੇ ਕੋਲ ਐਨ ਪੱਕੇ ਸਬੂਤ ਨੇ ਜਿਹੜੇ ਅਦਾਲਤ 'ਚ ਅਸੀਂ ਰੱਖਾਂਗੇ।
ਕਿ ਇਸ ਮੁਟਿਆਰ ਤੋਂ, ਇਸ ਲੜਕੀ ਤੋਂ ਬਗੈਰ ਕਿਸੇ ਨੇ ਨਾ ਤਾਂ ਗੋਲੀ ਚਲਾਈ ਹੈ, ਨਾ ਕੋਈ ਇਹਨਾਂ ਦਾ ਕੋਈ ਹੋਰ ਤੀਜਾ ਕਾਤਲ ਹੈ। ਹੁਣ ਇਸ ਮੁਕੱਦਮੇ ਦੇ ਵਿੱਚ ਅੱਗੇ ਕੀ ਬਣਦਾ ਹੈ, ਕਿੱਧਰ ਨੂੰ ਗੱਲ ਜਾਂਦੀ ਹੈ, ਇਹ ਦੇਖਣਾ ਹੋਏਗਾ। ਪਰ ਇਹ ਆਪਣੇ ਆਪ ਦੇ ਵਿੱਚ ਘਰ ਦੇ ਵਿੱਚ ਸੱਥਰ ਵਿਛਿਆ ਹੋਇਆ। ਬਹੁਤ ਅਫਸੋਸਨਾਕ ਖਬਰ ਹੈ ਕਿ ਇੱਕ ਧੀ ਵੱਲੋਂ, ਜੇ ਅਸਲ ਦੇ ਵਿੱਚ ਇਹੀ ਕਹਾਣੀ ਹੋਈ, ਧੀ ਨੇ ਆਪਣੀ ਮਾਂ ਤੇ ਆਪਣੇ ਭਰਾ ਦੀ ਗੋਲੀ ਮਾਰ ਕੇ ਜਾਨ ਲੈ ਲਈ ਹੈ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੇ ਸੱਚਮੁੱਚ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਤੇ ਸ਼ੇਅਰ ਵਾਲਾ ਬਟਨ ਦਬਾਉਣਾ ਨਾ ਭੁੱਲਿਓ। ਤੇ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।